सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल हाज़र हां खबरां दा प्राइम टाइम लैके। प्राइम टाइम दे विच अज गल असीं बच्चिआं दी करनी है जो स्कूल जाना शुरू हो चुके ने। बड़े वधिया लग रहे ने कि स्कूल ड्रैस पा के मोढिआं दे उत्ते झोले टंग के बच्चे जा रहे ने स्कूल। तां इह स्कूल जाना कि बच्चिआं दे उत्ते भारी पै रिहा है या पै सकदा है, इस सब दे ज़हन दे विच सवाल है। अज इस दे उत्ते असीं चर्चा करनी है क्योंकि बीते 24 घंटिਆਂ ਦੇ ਵਿੱਚ ਪੰਜਾਬ 'ਚ ਵੱਖ-ਵੱਖ ਥਾਵਾਂ ਤੋਂ ਕਿਸੇ ਇੱਕ ਥਾਂ ਤੋਂ ਨਹੀਂ, ਲੁਧਿਆਣਾ ਤੋਂ, ਮੋਗਾ ਤੋਂ, ਅਬੋਹਰ ਤੋਂ, ਬਰਨਾਲਾ ਤੋਂ ਇਸ ਤਰੀਕੇ ਦੀਆਂ ਤਸਵੀਰਾਂ ਤੇ ਖਬਰਾਂ ਸਾਹਮਣੇ ਆਈਆਂ ਨੇ ਜਦੋਂ ਬੱਚਿਆਂ ਦੇ ਵਿੱਚ ਕਰੋਨਾ ਦੇ ਟੈਸਟ ਪੋਜ਼ਿਟਿਵ ਪਾਏ ਗਏ ਨੇ। ਤਾਂ ਅੱਜ ਗੱਲ ਅਸੀਂ ਪ੍ਰਾਈਮ ਟਾਈਮ ਦੇ ਵਿੱਚ ਕਰਨੀ ਹੈ ਕਿ ਸਕੂਲ ਖੋਲਣ ਦੇ ਵਿੱਚ ਅਸੀਂ ਕੋਈ ਕਾਹਲੀ ਤਾਂ ਨਹੀਂ ਕਰ ਲਈ, ਸਰਕਾਰ ਨੇ ਕੋਈ ਜਲਦਬਾਜ਼ੀ ਤਾਂ ਨਹੀਂ ਕਰ ਲਈ। ਤੇ ਦੂਜਾ ਸਵਾਲ ਇਹ ਵੀ ਹੈ ਕਿ ਆਖਿਰ ਸਕੂਲ ਕਦੋਂ ਤੱਕ ਬੰਦ ਰੱਖਾਂਗੇ। ਜੇ ਸਕੂਲ ਨੂੰ ਬੰਦ ਦੁਬਾਰਾ ਕਰਨ ਦਾ ਕੋਈ ਫੈਸਲਾ ਸਰਕਾਰ ਕਰ ਵੀ ਲਵੇ, ਹਾਲੇ ਤੱਕ ਸਰਕਾਰ ਦੀ ਅਜੇ ਤੱਕ ਕੋਈ ਪਲੈਨਿੰਗ ਨਹੀਂ ਹੈ, ਜੇ ਕਰ ਵੀ ਲਵੇ ਫੈਸਲਾ ਸਰਕਾਰ ਤਾਂ ਫਿਰ ਕਦੋਂ ਖੁੱਲਣਗੇ ਸਕੂਲ। ਇਹ ਮੌਕਾ ਜਾਂ ਇਹ ਮਾਹੌਲ ਤਾਂ ਅੱਜ ਦੀ ਡੇਟ ਦੇ ਵਿੱਚ ਅਜੇ ਹੈ ਜਦੋਂ ਕਰੋਨਾ ਦੇ ਕੇਸਿਸ ਬਹੁਤ ਘੱਟ ਨੇ, ਜਦੋਂ ਲੋਕ ਆਮ ਵਾਂਗ ਆਪਣੇ ਬਾਹਰ ਘਰਾਂ ਤੋਂ ਨਿਕਲ ਰਹੇ ਨੇ, ਬਾਜ਼ਾਰਾਂ 'ਚ ਜਾ ਰਹੇ ਨੇ, ਸਭ ਕੁਝ ਆਮ ਦੀ ਤਰ੍ਹਾਂ ਚੱਲ ਰਿਹਾ ਹੈ। ਪਰ ਕੀ ਵਾਕਈ ਸਕੂਲ ਨਹੀਂ ਚੱਲ ਸਕਦੇ ਜਾਂ ਸਕੂਲਾਂ ਨੂੰ ਲੈ ਕੇ ਅਸੀਂ ਕੋਈ ਪਲਾਨ ਨਹੀਂ ਬਣਾ ਪਾ ਰਹੇ ਹਾਂ ਕਿ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਇਸ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਕਿਉਂਕਿ ਇਸ ਕਰੋਨਾ ਦੇ ਕਾਲ ਦੇ ਵਿੱਚ ਫਸਟ ਸੈਕਿੰਡ ਵੇਵ ਤੋਂ ਬਾਅਦ ਜੋ ਥਰਡ ਵੇਵ ਕਹੀ ਜਾ ਰਹੀ ਹੈ ਕਿ ਆ ਸਕਦੀ ਹੈ, ਉਸ ਤੋਂ ਪਹਿਲਾਂ ਦਾ ਟਾਈਮ ਇਹ ਉਹ ਟਾਈਮ ਹੈ ਜਦੋਂ ਆਲ ਇਜ਼ ਵੈਲ ਫਿਲਹਾਲ ਨਜ਼ਰ ਆ ਰਿਹਾ ਹੈ। ਤੇ ਉਸ ਟਾਈਮ ਵੀ ਜੇ ਸਕੂਲ ਖੋਲਣ ਨੂੰ ਲੈ ਕੇ ਖਦਸ਼ੇ ਨੇ ਜਾਂ ਚਿੰਤਾਵਾਂ ਨੇ ਤਾਂ ਫਿਰ ਇਸ ਸਕੂਲਾਂ ਦਾ ਕੋਵਿਡ ਦੇ ਦੌਰਾਨ ਟੈਸਟ ਤਾਂ ਲਾਜ਼ਮੀ ਤੌਰ ਤੇ। ਪੰਜ ਤਸਵੀਰਾਂ ਦੇ ਨਾਲ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜਿਹੜੇ ਬੱਚਿਆਂ ਦੇ ਕਰੋਨਾ ਪੋਜ਼ਿਟਿਵ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਸ਼ੁਰੂਆਤ ਹੁੰਦੀ ਹੈ ਲੁਧਿਆਣਾ ਤੋਂ। ਬੀਤੇ 24 ਘੰਟਿਆਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤੇ ਲੁਧਿਆਣਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਟੈਸਟ ਹੁੰਦੇ ਨੇ, 40 ਦੇ ਵਿੱਚੋਂ ਬੱਚੇ ਪਾਏ ਜਾਂਦੇ ਨੇ 8 ਪੋਜ਼ਿਟਿਵ। ਉਸ ਤੋਂ ਬਾਅਦ ਇੱਕ ਹੋਰ ਸਕੂਲ ਦੇ ਵਿੱਚ ਟੈਸਟ ਹੁੰਦੇ ਨੇ, ਉੱਥੇ 12 ਬੱਚੇ ਪੋਜ਼ਿਟਿਵ। ਦੋਵੇਂ ਸਕੂਲ ਬੰਦ ਕਰ ਦਿੱਤੇ ਗਏ ਨੇ 24 ਅਗਸਤ ਤੱਕ। ਤੇ ਦੂਜੇ ਪਾਸੇ ਆਲ ਓਵਰ ਪੰਜਾਬ ਦੇ ਵਿੱਚ ਵੀ ਟੈਸਟਿੰਗ ਸ਼ੁਰੂ ਹੋਈ ਹੈ। ਸਰਕਾਰ ਦੀ ਜਿਹੜੀ ਚਿੰਤਾ ਹੈ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਇਸ ਸਭ ਦੇ ਵਿਚਾਲੇ ਹੈ ਕਿਉਂਕਿ ਸੂਬੇ ਦੇ ਸਿੱਖਿਆ ਮੰਤਰੀ ਇਹ ਬਿਆਨ ਦੇ ਚੁੱਕੇ ਨੇ ਕਿ ਅਸੀਂ ਰਿਵਿਊ ਕਰ ਰਹੇ ਹਾਂ ਪੂਰੀ ਸਿਚੁਏਸ਼ਨ ਨੂੰ ਤੇ ਰਿਵਿਊ ਕਰਨ ਤੋਂ ਬਾਅਦ ਜਿਹੜੇ ਡਿਸਟ੍ਰਿਕਟ ਦੇ ਵਿੱਚ ਇੰਚਾਰਜ ਨੇ, ਚਾਹੇ ਡੀਈਓ ਹੋਣ ਜਾਂ ਡਿਪਟੀ ਕਮਿਸ਼ਨਰਸ ਹੋਣ, ਉਹਨਾਂ ਦੇ ਨਾਲ ਗੱਲ ਕਰਕੇ ਹੁਣ ਅੱਗੇ ਦਾ ਡਿਸੀਜਨ ਲਿਆ ਜਾਏਗਾ। ਜਲਦੀ ਰਿਵਿਊ ਕਰਕੇ ਕੋਈ ਨਾ ਕੋਈ ਫੈਸਲਾ ਹੋਵੇਗਾ। ਤਾਂ ਫੈਸਲਾ ਕੀ ਹੋਏਗਾ ਉਸ ਦੇ ਉੱਤੇ ਸਭ ਦੀ ਨਜ਼ਰ ਹੈ ਕਿਉਂਕਿ ਸਕੂਲ ਸਾਰੇ ਖੋਲ੍ਹੇ ਗਏ, ਚਾਹੇ ਉਹ ਪ੍ਰਾਇਮਰੀ ਹੋਣ, ਮਿਡਲ ਸਕੂਲ ਹੋਣ ਜਾਂ ਸੀਨੀਅਰ ਸੈਕੰਡਰੀ ਸਕੂਲ ਹੋਣ, ਸਾਰੇ ਸਕੂਲ ਖੋਲ੍ਹੇ ਗਏ ਨੇ। ਬੱਚੇ ਸਕੂਲਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਪਿਛਲੇ 5-7-10 ਦਿਨਾਂ ਦੇ ਵਿੱਚ ਜਿੰਨੇ ਵੀ ਸਕੂਲ ਟੀਚਰਾਂ ਦੇ ਨਾਲ ਅਸੀਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹੀ ਕਹਿੰਦੇ ਨਜ਼ਰ ਆਏ ਕਿ 60-70%, 80% ਤੱਕ ਵੀ ਸਕੂਲ ਬੱਚੇ ਆਉਣ ਲੱਗੇ ਨੇ। ਯਾਨੀ ਇਹ 1000 ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਤਾਂ 800 ਦੇ ਕਰੀਬ, 700-800 ਦੇ ਕਰੀਬ ਬੱਚੇ ਆਉਣੇ ਸ਼ੁਰੂ ਹੋ ਗਏ ਨੇ। ਤਾਂ ਜਿਸ ਦੇ ਉੱਤੇ ਅਸੀਂ ਗੱਲ ਕਰਨੀ ਹੈ ਕਰੋਨਾ ਕਾਲ ਦੇ ਵਿੱਚ ਸਕੂਲਾਂ ਦਾ ਟੈਸਟ ਲਾਜ਼ਮੀ ਤੌਰ ਤੇ ਨਜ਼ਰ ਆ ਰਿਹਾ। ਆਪਾਂ ਚਰਚਾ ਦੀ ਸ਼ੁਰੂਆਤ ਕਰੀਏ ਪਰ ਉਸ ਤੋਂ ਪਹਿਲਾਂ ਮੋਗਾ ਦੇ ਵਿੱਚ ਬੱਚਿਆਂ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਸਕੂਲ ਦਾ ਹਾਲ ਕੀ ਕੁਝ ਆ ਉਹ ਤੁਹਾਨੂੰ ਦਿਖਾਉਂਦੇ। ਅਸੀਂ ਇਸ ਟਾਈਮ ਪਹੁੰਚੇ ਹਾਂ ਮੋਗਾ ਦੇ ਪਿੰਡ ਕੋਕਰੀ ਹੀਰਾਂ ਦੇ ਮਿਡਲ ਸਕੂਲ ਦੇ ਵਿੱਚ। ਮਿਡਲ ਸਕੂਲ ਦਾ 7ਵੀਂ ਕਲਾਸ ਦਾ ਇੱਕ ਬੱਚਾ ਜਿਹੜਾ ਪੋਜ਼ਿਟਿਵ ਆਇਆ ਸੀ, ਉਸ ਤੋਂ ਬਾਅਦ 14 ਦਿਨ ਲਈ ਜਿਹੜੀ ਕਲਾਸ ਹੈ ਸਸਪੈਂਡ ਕਰ ਦਿੱਤੀ ਗਈ ਸੀ। ਹਾਲਾਂਕਿ ਬਾਕੀ ਬੱਚਿਆਂ ਦੇ ਵੀ ਕੋਵਿਡ ਸੈਂਪਲ ਲਿੱਤੇ ਗਏ ਸੀ, ਲੇਕਿਨ ਅਗਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਕੂਲ ਦੇ ਵਿੱਚ ਸੁੰਨਸਾਨ ਨਜ਼ਰ ਆ ਰਹੀ ਹੈ ਕਿਉਂਕਿ ਪੇਰੈਂਟਸ ਹੈ ਜਿਹੜੇ ਉਹ ਖੁਦ ਹੀ ਆਪਣੇ ਬੱਚਿਆਂ ਨੂੰ ਭੇਜ ਨਹੀਂ ਰਹੇ। ਇੱਕ ਬੱਚਾ ਪੋਜ਼ਿਟਿਵ ਆਇਆ ਸੀ ਜਿਸ ਤੋਂ ਬਾਅਦ ਪੇਰੈਂਟਸ ਦੇ ਵਿੱਚ, ਮਾਪਿਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਔਰ ਅੱਜ ਕੋਈ ਵੀ ਬੱਚਾ ਸਕੂਲ 'ਚ ਨਹੀਂ ਆਇਆ। ਹਾਲਾਂਕਿ 14 ਦਿਨ ਲਈ ਜਿਹੜੀ 7ਵੀਂ ਕਲਾਸ ਹੈ ਉਹਨੂੰ ਸਸਪੈਂਡ ਕੀਤਾ ਗਿਆ। ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਨੇ, ਉਹਨਾਂ ਨਾਲ ਗੱਲ ਕਰਾਂਗੇ। ਮੈਡਮ, ਕਦੋਂ ਪੋਜ਼ਿਟਿਵ ਆਇਆ ਸੀ ਬੱਚਾ ਔਰ ਕਿੰਨੇ ਬੱਚਿਆਂ ਦੇ ਸੈਂਪਲ ਲਿੱਤੇ ਗਏ, ਅੱਜ ਦੇ ਕੀ ਹਾਲਾਤ ਹੈ? ਬੱਚਾ 9 ਤਰੀਕ ਨੂੰ ਅਸੀਂ ਸੈਂਪਲਿੰਗ ਕਰਵਾਈ ਸੀਗੀ। ਬੱਚੇ ਨੂੰ ਸਵੇਰ ਦੀ ਪ੍ਰੋਬਲਮ ਸੀਗੀ ਤੇ 18 ਬੱਚਿਆਂ ਦੀ ਉਸ ਦਿਨ ਸੈਂਪਲਿੰਗ ਹੋਈ ਸੀ। ਰੈਪਿਡ ਟੈਸਟ ਕੀਤਾ ਸੀ ਉਹਦਾ, ਰੈਪਿਡ ਤੇ ਉਹਦੇ ਵਿੱਚ ਉਹ ਪੋਜ਼ਿਟਿਵ ਆਇਆ ਸੀ। ਬਾਕੀ ਰਹਿੰਦੇ ਬੱਚਿਆਂ ਦੀ ਕੱਲ ਮਤਲਬ ਸੈਂਪਲਿੰਗ ਕੀਤੀ ਗਈ। ਕਿੰਨੇ ਬੱਚੇ ਸਕੂਲ 'ਚ ਔਰ ਕਿੰਨਿਆਂ ਦੇ ਕੱਲ ਸੈਂਪਲ ਹੋਏ? ਕੱਲ 4 ਬੱਚਿਆਂ ਦਾ ਆਈ ਥਿੰਕ 4 ਬੱਚੇ ਆਏ ਸੀ ਸਾਡੇ ਕੋਲੇ, ਉਹਨਾਂ ਦੀ ਸੈਂਪਲਿੰਗ ਕਰਵਾਈ ਅਸੀਂ ਤੇ ਕੁੱਲ ਬੱਚੇ 29 ਹੈ ਸਾਡੇ ਕੋਲ। ਸਾਰੇ ਸਕੂਲ ਦੇ ਵਿੱਚ 29 ਬੱਚੇ ਹੀ ਆ ਟੋਟਲ? ਹਾਂਜੀ ਸਰ। 29 ਦੇ ਵਿੱਚੋਂ ਇੱਕ ਪੋਜ਼ਿਟਿਵ ਆ ਗਿਆ, ਬਾਕੀਆਂ ਦੇ ਸੈਂਪਲ ਲਿੱਤੇ ਗਏ? ਹਾਂਜੀ, ਸਾਰਿਆਂ ਦੇ ਲਿੱਤੇ ਗਏ। ਤੇ ਰਿਪੋਰਟ ਆਈ ਕੋਈ ਉਹਨਾਂ ਦੀ? ਸਰ ਹਾਲੇ ਤੱਕ ਨਹੀਂ ਆਏਗੀ, ਹਜੇ ਲੱਗਣਗੇ ਆਈ ਥਿੰਕ 2 ਦਿਨ ਹੋਰ। 6ਵੀਂ 7ਵੀਂ 8ਵੀਂ 3 ਕਲਾਸਾਂ ਨੇ ਇਸ ਸਕੂਲ ਦੇ ਵਿੱਚ ਔਰ 29 ਬੱਚੇ ਦੱਸੇ ਜਾ ਰਹੇ ਆ, ਜਿਹਦੇ ਵਿੱਚੋਂ ਇੱਕ 7ਵੀਂ ਕਲਾਸ ਦਾ ਲੜਕਾ ਪੋਜ਼ਿਟਿਵ ਆਇਆ ਸੀ। ਉਸ ਤੋਂ ਬਾਅਦ ਟੈਸਟ ਕਰਵਾਏ ਗਏ ਸੀ, ਲੇਕਿਨ ਅਗਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਕੂਲ ਦੇ ਵਿੱਚ ਕੋਈ ਵੀ ਬੱਚਾ ਨਹੀਂ ਆਇਆ। ਡਰਦੇ ਮਾਪਿਆਂ ਨੇ ਬੱਚੇ ਨਹੀਂ ਭੇਜੇ। ਸਟਾਫ ਦਾ ਵੀ ਸਾਫ਼ ਤੌਰ ਤੇ ਕਹਿਣਾ ਜਿੰਨੀ ਤੱਕ ਬਾਕੀ ਜਿਹੜੀ ਹੈ ਰਿਪੋਰਟ ਨਹੀਂ ਆਉਂਦੀ
ਸਕੂਲ ਸੈਨੀਟਾਈਜ਼ ਕਰਵਾਇਆ ਗਿਆ। ਰਿਪੋਰਟ ਆਉਣ ਤੋਂ ਬਾਅਦ ਹੀ ਸਾਫ਼ ਹੋ ਪਾਏਗਾ ਹੋਰ ਬੱਚੇ ਕਿੰਨੇ ਆਉਂਦੇ ਨੇ। ਔਰ ਜਿਹੜੇ ਮਾਪਿਆਂ ਨੂੰ ਡਰ ਹੈ ਉਹਨਾਂ ਦਾ ਡਰ ਵੀ ਜਾਇਜ਼ ਹੈ, ਕਿਉਂਕਿ ਕੰਸੈਂਟ ਲਿੱਤੀ ਜਾਂਦੀ ਹੈ ਮਾਪਿਆਂ ਦੀ ਕਿ ਅਗਰ ਸਕੂਲ ਦੇ ਵਿੱਚ ਕੋਈ ਦਿੱਕਤ ਹੋਈ ਤਾਂ ਉਸ ਦੇ ਜ਼ਿੰਮੇਦਾਰ ਮਾਪੇ ਹੀ ਹੋਣਗੇ, ਜਿਸ ਨੂੰ ਲੈ ਕੇ ਅੱਜ ਮਾਪਿਆਂ ਨੇ ਸਕੂਲ ਦੇ ਵਿੱਚ ਬੱਚੇ ਵੀ ਨਹੀਂ ਭੇਜੇ। ਕਿਸੇ ਵੀ ਕੀਮਤ ਦੇ ਉੱਪਰ ਬੱਚਿਆਂ ਦੀ ਸਿਹਤ ਨੂੰ ਲੈ ਕੇ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਸਾਡੇ ਬੱਚੇ ਸਾਡੇ ਵਾਸਤੇ ਪ੍ਰੈਸ਼ੀਅਸ ਹੈ। ਇਸੇ ਕਰਕੇ ਪੰਜਾਬ ਨੇ ਬਹੁਤ ਲੰਬਾ ਸਮਾਂ ਸਕੂਲ ਬੰਦ ਵੀ ਰੱਖੇ ਔਰ ਕੋਵਿਡ ਦੀ ਗਾਈਡਲਾਈਨਸ ਨੂੰ ਫੋਲੋ ਕਰਨ ਵਾਸਤੇ ਸਭ ਨੂੰ ਸਖਤ ਹਦਾਇਤ ਵੀ ਕੀਤੀ। ਔਰ ਅੱਜ ਵੀ ਜਿਹੜੇ ਬੱਚੇ ਸਕੂਲਾਂ ਵਿੱਚ ਫਿਜ਼ੀਕਲੀ ਆ ਰਹੇ ਹੈ ਉਹ ਸਿਰਫ ਅਸੀਂ ਉਹਨਾਂ ਬੱਚਿਆਂ ਨੂੰ ਅਲਾਉ ਕਰਦੇ ਹਾਂ ਜਿਨ੍ਹਾਂ ਦੇ ਪੇਰੈਂਟਸ ਸਾਨੂੰ ਰਿਟਨ ਅੰਡਰਟੇਕਿੰਗ ਦਿੰਦੇ ਆ ਕਿ ਸਾਡੇ ਬੱਚਿਆਂ ਨੂੰ ਫਿਜ਼ੀਕਲੀ ਸਕੂਲਾਂ ਵਿੱਚ ਕਲਾਸਿਸ ਅਟੈਂਡ ਕਰਨ ਵਾਸਤੇ ਅਲਾਉ ਕਰੋ, ਨਹੀਂ ਤਾਂ ਸਾਡੀਆਂ ਸਾਰੀ ਕਲਾਸਿਸ ਆਨਲਾਈਨ ਚੱਲ ਰਹੀਆਂ ਔਰ ਉਸ ਆਨਲਾਈਨ ਕਲਾਸਿਸ ਦੇ ਵਿੱਚ ਹੀ ਸਾਡਾ ਸਾਰੇ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ। ਤਾਂ ਸਕੂਲਾਂ ਦੇ ਉੱਤੇ ਅੱਜ ਅਸੀਂ ਚਰਚਾ ਕਰਨੀ ਹੈ, ਕਿਉਂਕਿ ਸੰਕੇਤ ਇੱਕ ਤਰੀਕੇ ਨਾਲ ਦਿੱਤੇ ਗਏ ਨੇ ਕਿ ਰਿਵਿਊ ਕਰ ਰਹੇ ਹਾਂ ਪੂਰੀ ਸਿਚੁਏਸ਼ਨ ਨੂੰ। ਸਿੱਖਿਆ ਮੰਤਰੀ ਦੇ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ ਕਿ ਜੇਕਰ ਕੋਈ ਸਥਿਤੀ ਲੱਗੀ ਕਿ ਹੱਥੋਂ ਬਾਹਰ ਹੋ ਰਹੀ ਹੈ ਤਾਂ ਫਿਰ ਡਿਸੀਜਨ ਸਕੂਲ ਬੰਦ ਕਰਨ ਵਰਗਾ ਵੀ ਹੋ ਸਕਦਾ ਹੈ। ਸੰਕੇਤ ਨੇ ਸਰਕਾਰ ਨੇ ਕੋਈ ਡਿਸੀਜਨ ਨਹੀਂ ਲਿਆ। ਪਰ ਦੂਜੇ ਪਾਸੇ ਜੋ ਅਸੀਂ ਅੱਜ ਸਵਾਲ ਚੁੱਕ ਰਹੇ ਹਾਂ ਕਿ ਵਾਕਈ ਸਕੂਲਾਂ ਨੂੰ ਖੋਲਣ ਦਾ ਅਜੇ ਵੀ ਸਹੀ ਸਮਾਂ ਨਹੀਂ ਆਇਆ। ਜੇਕਰ ਹੁਣ ਵੀ ਸਹੀ ਸਮਾਂ ਨਹੀਂ ਆ ਤਾਂ ਕਦੋਂ? ਕਿ ਵਾਕਈ ਜੇ ਅਸੀਂ 1.5 ਸਾਲ ਬਾਅਦ ਵੀ ਤਿਆਰ ਨਹੀਂ ਹੋ ਸਕੇ ਸਕੂਲਾਂ ਨੂੰ ਖੋਲਣ ਨੂੰ ਲੈ ਕੇ ਤਾਂ ਫਿਰ ਕਦੋਂ ਤਿਆਰ ਹੋਵਾਂਗੇ? ਜੇ ਥਰਡ ਵੇਵ ਆ ਗਈ ਤਾਂ ਫਿਰ 2-3-4 ਮਹੀਨੇ ਫਿਰ ਖਰਾਬ ਲਓ, ਤਾਂ ਉਸ ਤੋਂ ਬਾਅਦ ਵੀ ਅਸੀਂ ਖੋਲ ਪਾਵਾਂਗੇ ਕਿ ਨਹੀਂ? ਥਰਡ ਵੇਵ ਦੇ ਵਿੱਚ ਹੋ ਸਕਦਾ ਹੈ ਕਿ ਕਹਿਣ ਲੱਗ ਜਾਣ ਕਿ ਚੌਥੀ ਵੇਵ ਵੀ ਆ ਸਕਦੀ ਹੈ, ਪੰਜਵੀਂ ਵੇਵ ਵੀ ਆ ਸਕਦੀ ਹੈ। ਹੋਰ ਕਿੰਨੇ ਮਹੀਨੇ ਕਿੰਨੇ ਸਾਲ ਇਹ ਸਭ ਦੇ ਜ਼ਿਹਨ ਦੇ ਵਿੱਚ ਸਵਾਲ ਹੈ। ਤੇ ਅੱਜ ਦੀ ਚਰਚਾ ਦੀ ਸ਼ੁਰੂਆਤ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਉਹਨਾਂ ਸਾਰੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰੀਏ ਜੋ ਸਿੱਧੇ ਤੌਰ ਤੇ ਇਸ ਪੂਰੇ ਮਾਮਲੇ ਦੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਪ੍ਰਿੰਸ ਖੁੱਲਰ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੁੱਲਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਰਜਿੰਦਰ ਕਈ ਜੀ ਜੁੜ ਰਹੇ ਨੇ ਜੋ ਕਿ ਸਕੂਲ ਐਸੋਸੀਏਸ਼ਨ ਪੰਜਾਬ ਨੂੰ ਰਿਪਰੈਜ਼ੈਂਟ ਕਰਨਗੇ। ਸਰ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਡੀ.ਆਰ. ਚੋਪੜਾ ਜੀ ਜੁੜ ਰਹੇ ਨੇ, ਐਮਡੀ ਮੈਡੀਸਨ ਨੇ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਇੱਕ ਖਤਰਾ ਹੈ ਕਿ ਬੱਚੇ ਜਾ ਕੇ ਸਕੂਲ ਦੇ ਵਿੱਚ ਕਲਾਸ ਲਗਾ ਰਹੇ ਨੇ। ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਵੀ। ਤੇ ਇਸ ਦੇ ਨਾਲ ਸਾਡੇ ਨਾਲ ਸਿੱਖਿਆ ਐਕਸਪਰਟ ਵੀ ਜੁੜ ਰਹੇ ਨੇ, ਸਿੱਖਿਆ ਮਾਹਰ ਮੁਹੰਮਦ ਖਾਲਿਦ ਜੀ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਸ਼ੁਰੂਆਤ ਪ੍ਰਿੰਸ ਖੁੱਲਰ ਜੀ ਤੁਹਾਡੇ ਤੋਂ। ਤੁਹਾਡੇ ਕੋਲ ਕੀ ਅਪਡੇਟ ਹੈ? ਸਰਕਾਰ ਕੀ ਕਰਨ ਜਾ ਰਹੀ ਹੈ? ਕਿ ਸਕੂਲ ਬੰਦ ਕਰਨ ਦਾ ਫੈਸਲਾ ਤੁਸੀਂ ਦੁਬਾਰਾ ਲੈਣ ਬਾਰੇ ਵਿਚਾਰ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ? ਸਿੱਧਾ ਲੋਕੀ ਆਹੀ ਜਾਣਨਾ ਚਾਹੁੰਦੇ ਨੇ ਅੱਜ। ਪ੍ਰਿੰਸ ਜੀ। ਨਹੀਂ ਦੇਖੋ ਗੌਰਵ ਜੀ, ਅਸੀਂ ਅੱਜ ਸਾਡੇ ਚੀਫ ਸੈਕਟਰੀ ਮੈਡਮ ਔਰ ਸਾਰੇ ਜਿੰਨੇ ਡੀਸੀਜ਼ ਨੇ ਔਰ ਐਜੂਕੇਸ਼ਨ ਸੈਕਟਰੀ, ਪ੍ਰਿੰਸੀਪਲ ਸੈਕਟਰੀ ਮੈਡੀਕਲ ਐਜੂਕੇਸ਼ਨ, ਸਾਰਿਆਂ ਨਾਲ ਮੀਟਿੰਗ ਕੀਤੀ ਗਈ ਹੈ ਜੀ। ਉਹਦੇ 'ਚ ਜਿਹੜਾ ਹੈਗਾ ਵਾ, ਜਿਵੇਂ ਅਸੀਂ ਅੱਗੇ ਹੀ ਗੱਲ ਕੀਤੀ ਸੀ ਕਿ 10,000 ਜਿਹੜੀ RT-PCR ਟੈਸਟਿੰਗ ਜਿਹੜੇ ਸਾਰੇ ਸਕੂਲਾਂ 'ਚ ਕੀਤੀ ਜਾਏਗੀ, ਪਲੱਸ ਜਿਹੜਾ ਹੈਗਾ ਵਾ ਜਿਹੜੇ ਟੀਚਰਸ ਐਂਡ ਨਾਨ ਟੀਚਿੰਗ ਸਟਾਫ ਹੈ ਉਹਨਾਂ ਦੀਆਂ ਜਿਹੜੀਆਂ ਉਹ ਇਨਸ਼ੋਰ ਕੀਤਾ ਜਾਵੇ ਕਿ ਪੂਰੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਤੋ ਸੋ ਜਿਹੜੇ ਪਿਛਲੀ 3 ਅਗਸਤ ਤੋਂ ਹੁਣ ਤੱਕ ਜੀ ਅਸੀਂ 9 ਤਰੀਕ ਤੱਕ 2,46,000 ਦੇ ਕਰੀਬ ਅਸੀਂ ਟੈਸਟ ਕੀਤੇ ਸੀ ਜੀ ਕੋਵਿਡ ਦੇ, ਔਰ ਹਾਲੇ ਤੱਕ ਬਚਾਅ ਵਾਲੀ ਗੱਲ ਹੈ ਕਿ ਜੋ ਸਿਰਫ 352 ਪੋਜ਼ਿਟਿਵ ਕੇਸ ਹੀ ਨਿਕਲੇ ਆ ਇਸ ਤੇ। ਹੁਣ ਅਸੀਂ ਇਸ ਦੀ ਸਾਰੀ ਜਿਹੜੀ ਸਿਚੁਏਸ਼ਨ ਹੈ RT-PCR ਸਕੂਲਾਂ 'ਚ 10,000 ਕਰਤਾ ਵਾ, ਪਲੱਸ 40,000 ਟੈਸਟ ਜਿਹੜਾ 40,000 ਰੋਜ਼ ਦਾ, ਉਹਦੇ ਵੀ CM ਸਾਹਿਬ ਵੱਲੋਂ ਕਹਿ ਦਿੱਤਾ ਗਿਆ ਵਾ ਟੈਸਟਿੰਗ ਡੇਲੀ ਰੈਗੂਲਰ ਬੇਸਿਸ ਕੀਤੀ ਜਾਵੇ। ਸੋ ਹਲੇ ਥੋੜੇ ਦਿਨ ਦੇਖਦੇ ਹਾਂ ਜੀ ਕੀ ਸਿਚੁਏਸ਼ਨ ਬੈਠਦੀ ਹੈ, ਕਿਉਂਕਿ ਕੈਂਬਰਿਜ ਯੂਨੀਵਰਸਿਟੀ ਦੀ ਠੀਕ ਹੈ। ਪ੍ਰਿੰਸ ਜੀ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, 2,46,000 ਜਿਹੜੇ ਟੈਸਟ ਕੀਤੇ ਨੇ, 2,46,000 ਕੀ ਸਿਰਫ ਸਕੂਲਾਂ ਦੇ ਵਿੱਚ ਹੋਏ ਨੇ, ਬੱਚਿਆਂ ਔਰ ਸਕੂਲ ਸਟਾਫ ਦੇ? ਨਹੀਂ ਸਕੂਲ ਸਟਾਫ ਦੇ ਨਹੀਂ ਜੀ, ਓਵਰਆਲ ਵੀ ਹੋਏ ਨੇ। ਮੈਕਸਿਮਮ ਜਿਹੜਾ ਇਹਦੇ 'ਚ ਹੈ ਉਹ ਸਕੂਲ ਔਰ ਸਟਾਫ ਦੇ ਹੋਏ ਨੇ ਜੀ, ਬੱਚਿਆਂ ਔਰ ਸਟਾਫ ਦੇ ਟੈਸਟ ਹੋਏ ਨੇ ਜੀ। ਇਹਦੇ ਨਾਲ ਬਾਕੀ ਵੀ ਹੋਏ ਨੇ ਜੀ, ਸਕੂਲ ਔਰ ਟੀਚਿੰਗ ਨਾਨ ਟੀਚਿੰਗ ਇਹਨਾਂ ਦੇ ਵੀ ਹੋਏ ਨੇ ਜੀ, ਬੱਚਿਆਂ ਦੇ ਵੀ ਟੈਸਟ ਜਿਹੜੇ। ਠੀਕ, ਮਤਲਬ ਮੈਂ ਇਹੀ ਕਹਿ ਰਿਹਾ ਕਿ ਸਕੂਲ ਪ੍ਰੀਮਿਸਿਸ ਦੇ ਅੰਦਰ ਇਹ ਟੈਸਟ ਹੋਏ ਨੇ। ਜੀ 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 ਜੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਤੁਸੀਂ ਕਹਿ ਰਹੇ ਹੋ ਕਿ ਫਿਲਹਾਲ ਅਸੀਂ ਰਿਵਿਊ ਕਰ ਰਹੇ ਹਾਂ ਤੇ ਸਕੂਲ ਬੰਦ ਕਰਨ ਵਾਲਾ ਜਾਂ ਉਸ ਵਰਗਾ ਕੋਈ ਫੈਸਲਾ ਨਹੀਂ ਲੈ ਰਹੇ। ਮਾਗੇ ਬਾਦਾਂ ਸਾਡੇ ਗੈਸਟ ਸਾਡੇ ਨਾਲ ਜੁੜੇ ਹੋਏ ਨੇ, ਰਜਿੰਦਰ ਕਈ ਜੀ ਸਾਡੇ ਨਾਲ ਨੇ। ਰਜਿੰਦਰ ਜੀ, ਰੈਡੀ ਹੋ ਤੁਸੀਂ ਸਕੂਲਾਂ ਦੇ ਵਿੱਚ ਬੱਚੇ ਭੇਜਣ ਨੂੰ? ਸਕੂਲ ਐਸੋਸੀਏਸ਼ਨ ਕੀ ਇਸ ਸਮੇਂ ਸੋਚ ਰਹੀ ਹੈ ਕਿ ਜੇ ਬੱਚੇ ਆਉਂਦੇ ਰਹੇ ਤਾਂ ਕੋਈ ਦਿੱਕਤ ਤਾਂ ਨਹੀਂ? ਬਿਲਕੁਲ ਰੈਡੀ ਹੋ ਤੁਸੀਂ? ਸਰਕਾਰ ਕਹਿ ਰਹੀ ਹੈ ਕਿ ਅਸੀਂ ਰਿਵਿਊ ਕਰ ਰਹੇ ਹਾਂ। ਦੇਖੋ ਜੀ, ਗੱਲ ਇਦਾਂ ਹੈ ਕਿ ਸਰਕਾਰ ਹਾਲੇ ਰੈਡੀ, ਆਪਣੇ ਆਪ ਸਰਕਾਰ ਵੀ ਦੱਸ ਰਹੀ ਹੈ ਕਿ ਅਸੀਂ ਰੈਡੀ ਨਹੀਂ ਹਾਂ, ਔਰ ਪ੍ਰਾਈਵੇਟ ਸਕੂਲ ਵੀ ਕਹਿ ਰਹੇ ਕਿ ਅਸੀਂ ਰੈਡੀ ਨਹੀਂ ਹਾਂ। ਅਗਰ ਪੇਰੈਂਟਸ ਦੀ ਗੱਲ ਕਰੀਏ ਤਾਂ ਪੇਰੈਂਟਸ ਵੀ ਰੈਡੀ ਨਹੀਂ ਹੈ, ਕਿਉਂਕਿ ਇਹਦੇ 'ਚ ਕੋਈ ਜ਼ਿੰਮੇਵਾਰੀ ਦੇ ਹੀ ਨਹੀਂ ਰਿਹਾ।
ਨਾ ਤਾਂ ਸਰਕਾਰ ਜ਼ਿੰਮੇਵਾਰੀ ਚੱਕ ਰਹੀ ਹੈ, ਨਾ ਸਕੂਲ ਪ੍ਰਾਈਵੇਟ ਸਕੂਲ ਜ਼ਿੰਮੇਵਾਰੀਆਂ ਚੱਕ ਰਹੇ ਹੈ। ਕੰਸਰਨ ਲੈਟਰ ਦੇ ਕੇ ਸਿਰਫ ਇਹੀ ਨਹੀਂ ਰਹਿ ਜਾਂਦਾ ਕਿ ਮਾਪੇ ਨੇ ਜੇ ਕੰਸਰਨ ਲੈਟਰ ਦੇਤੀ ਹੈ ਤਾਂ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੋ ਗਈ। ਸੋ ਇਸ ਕਰਕੇ ਹਲੇ ਬੱਚਿਆਂ ਦਾ ਜਿਹੜਾ ਤੁਸੀਂ ਸਕੂਲ ਬੰਦ ਕਰਨ ਦੇ ਹੱਕ ਚ ਰਜਿੰਦਰ ਕਾਈ ਜੀ, ਤੁਹਾਡਾ ਬਿਆਨ, ਤੁਹਾਨੂੰ ਲੱਗਦਾ ਹੈ ਕਿ ਸਕੂਲ ਫਿਲਹਾਲ ਬੰਦ ਕਰ ਦਿੱਤੇ ਜਾਣ ਦੁਬਾਰਾ? ਜਿਹੜੇ 10ਵੀਂ 11ਵੀਂ 12ਵੀਂ 9ਵੀਂ 10ਵੀਂ 11ਵੀਂ 12ਵੀਂ ਦੇ ਜਿਹੜੇ ਸਕੂਲ ਸੀਗੇ ਉਹ ਓਪਨ ਹੋਣੇ ਚਾਹੀਦੇ ਸੀਗੇ। ਬਾਕੀ ਜਿਹੜੇ ਛੋਟੇ ਸਾਲੇ ਬੱਚਿਆਂ ਦੇ ਜਿਹੜੇ ਸਕੂਲ ਖੋਲੇ ਗਏ ਆ, ਇਹ ਦਰਅਸਲ ਇਹ ਨਹੀਂ ਖੋਲੇ ਜਾਣੇ ਚਾਹੀਦੇ ਸੀ, ਕਿਉਂਕਿ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਡਿਸਟੈਂਸ ਮੇਨਟੇਨ ਨਹੀਂ ਕਰਦੇ ਪਏ ਨੇ। ਕਈ ਸਕੂਲਾਂ ਦੇ ਵਿੱਚ ਅਸੀਂ ਵਿਜ਼ਿਟ ਵੀ ਕੀਤੀ ਆ, ਜਦੋਂ ਸਕੂਲ ਖੁੱਲੇ ਆ ਤਾਂ ਨਾ ਉਹਨਾਂ ਵੱਲ ਦੇਖਿਆ ਜਾਂਦਾ ਬੱਚਿਆਂ ਵੱਲ, ਨਾ ਉਹਨਾਂ ਵੱਲ ਕੋਈ ਕੇਅਰ ਕੀਤੀ ਜਾਂਦੀ ਆ। ਬੱਚੇ ਆਪਸ ਚ ਆਉਂਦੇ ਨੇ, ਆਪਸ ਚ ਮਿਲਦੇ ਨੇ, ਜੁਲਦੇ ਨੇ, ਸਾਰਾ ਕੁਝ ਉਦਾਂ ਹੀ ਜੱਫੀਆਂ ਹੱਥ ਮਿਲਾਉਂਦੇ, ਸਭ ਕੁਝ ਕਰਦੇ ਪਏ ਨੇ। ਮਾਸਕ ਜਿਹੜਾ ਇੱਕ 10 ਰੁਪਏ ਦਾ ਮਾਸਕ ਤੁਹਾਨੂੰ ਲੱਗਦਾ ਕਿ ਕੋਵਿਡ ਤੋਂ ਬਚਾ ਦੇਗਾ ਉਹ? ਪਰ ਇਦਾਂ ਦੀ ਜਿਹੜੀ ਗੈਰ ਜ਼ਿੰਮੇਦਾਰਾਨਾ ਜਿਹੜੀ ਚੀਜ਼ ਚੱਲਦੀ ਪਈ ਆ ਸਾਡੀ ਸਰਕਾਰ ਦੀ, ਉਹ ਸਾਫ਼ ਨਜ਼ਰ ਆਉਂਦੀ ਪਈ ਆ। ਅਗਰ ਸਰਕਾਰ ਸਾਡੇ ਬੱਚਿਆਂ ਦੇ ਉੱਤੇ ਚਿੰਤਿਤ ਹੁੰਦੀ ਤਾਂ ਉਹਨੂੰ ਛੋਟੇ ਸਕੂਲ ਜਿਹੜੇ ਬੱਚੇ ਸੀਗੇ 0 ਤੋਂ ਲੈ ਕੇ 8ਵੀਂ ਤੱਕ ਦੇ, ਉਹ ਬੱਚਿਆਂ ਲਈ ਹਲੇ ਸਕੂਲ ਓਪਨ ਨਹੀਂ ਕਰਨਾ ਚਾਹੀਦਾ ਸੀ। ਤੇ ਇਸ ਕਰਕੇ ਜਿਹੜਾ ਅਗਰ ਗੈਦਰਿੰਗ ਦੀ ਗੱਲ ਕਰੀਏ, ਸਵਾਲ ਸਰ ਵਾਪਸ ਆਉਣਾ ਭਾਈ, ਇੱਕ ਰਿਐਕਸ਼ਨ ਲੈ ਲਈਏ। ਦੇਖੋ ਆਪਾਂ ਨਾਲ ਗੱਲ ਕਰਦੇ ਰਹਾਂਗੇ, ਹਾਲਾਂਕਿ ਕੋਈ ਪੋਲੀਟੀਕਲ ਇਸ਼ੂ ਤਾਂ ਨਹੀਂ ਹੈ, ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਸੋਲਿਡ ਨਜ਼ਰ ਆ ਰਹੀ ਹੈ। ਸਰਕਾਰ ਵੀ ਆਪਣੀ ਗੱਲ ਸੋਲਿਡ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਿੰਸ ਖੁੱਲਰ ਜੀ, ਦੇਖੋ ਵਾਰ-ਵਾਰ ਜਿਸ ਦਿਨ ਪਹਿਲਾਂ ਸਕੂਲ ਖੋਲਣ ਦਾ ਡਿਸੀਜਨ ਲਿਆ ਗਿਆ ਸੀ, ਉਸ ਸਮੇਂ ਵੀ ਆਪਾਂ ਚਰਚਾ ਕੀਤੀ ਸੀ ਪ੍ਰਾਈਮ ਟਾਈਮ ਦੇ ਵਿੱਚ। ਉਸ ਸਮੇਂ ਵੀ ਇਹੀ ਗੱਲ ਉੱਠ ਰਹੀ ਸੀ ਕਿ ਤੁਸੀਂ ਪ੍ਰਾਇਮਰੀ ਸਕੂਲ ਨੂੰ ਵੀ ਖੋਲਣ ਦਾ ਡਿਸੀਜਨ ਲੈ ਲਿਆ, ਤੁਸੀਂ 8ਵੀਂ ਤੱਕ ਦੇ ਸਕੂਲਾਂ ਨੂੰ ਖੋਲਣ ਦਾ ਡਿਸੀਜਨ ਲੈ ਲਿਆ। ਸਕੂਲ ਐਸੋਸੀਏਸ਼ਨ ਕਹਿ ਰਹੀ ਹੈ ਕਿ ਨਹੀਂ, ਤੁਸੀਂ ਰਿਵਿਊ ਕਰੋ। 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਠੀਕ ਹੈ, ਪਰ ਤੁਸੀਂ ਪ੍ਰਾਇਮਰੀ ਵਾਲਿਆਂ ਨੂੰ ਸਕੂਲ ਸੱਦ ਰਹੇ ਹੋ, ਇਹ ਤਾਂ ਬਹੁਤ ਵੱਡਾ ਰਿਸਕ ਹੈ। ਪ੍ਰਿੰਸ ਖੁੱਲਰ ਜੀ, ਗੱਲ ਇਹ ਆ, ਕਈ ਸਾਹਿਬ ਨੇ ਆਪਣਾ ਪੱਖ ਰੱਖਿਆ, ਠੀਕ ਹੈ, ਇਹ ਜੋ ਸੋਚਦੇ ਨੇ ਇਹਨਾਂ ਦੀ ਆਪਣੀ ਸੋਚ ਹੈ। ਸਰਕਾਰ ਦੇਖੋ ਪੂਰੀ ਤਿਆਰ ਹੈ, ਅਸੀਂ ਕੰਸੈਂਟ ਦੇ ਨਾਲ ਪੇਰੈਂਟਸ ਨੂੰ ਕਿਹਾ ਵਾ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਬੱਚੇ ਆਪਣੀ ਕੰਸੈਂਟ ਦੇ ਨਾਲ ਭੇਜਣਗੇ। ਔਰ ਸਾਰੇ ਸਕੂਲਾਂ 'ਚ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਜਿਹੜਾ ਹੈਗਾ ਵਾ, ਸੋਸ਼ਲ ਡਿਸਟੈਂਸਿੰਗ, ਸੈਨੀਟਾਈਜ਼ਰ, ਉਹ ਸਾਰਾ ਯੂਜ਼ ਕੀਤਾ ਜਾ ਰਿਹਾ। ਉਹਨਾਂ ਸਕੂਲਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਨੁਮਾਇੰਦਿਆਂ ਵੱਲੋਂ। ਦੂਜੀ ਗੱਲ ਗੌਰਵ ਜੀ, ਜਿਹੜੀ ਤੁਸੀਂ ਕਹੀ ਆ ਕਿ ਸਰਕਾਰ ਨੂੰ ਵੇਟ ਕਰਨੀ ਚਾਹੀਦੀ ਸੀ, ਅਸੀਂ ਜਿਹੜੀ ਐਕਸਪਰਟ ਕਮੇਟੀ ਆ ਡਾਕਟਰ ਕੇ ਤਲਵਾਰ ਜੀ ਦੀ, ਉਹਨਾਂ ਦੇ ਅੰਡਰ ਜਦੋਂ ਕੇਸ ਬਿਲਕੁਲ ਡਾਊਨ ਆ ਗਏ, ਔਰ ਤੁਸੀਂ ਦੇਖੋ ਤੁਹਾਡੇ ਚੈਨਲ ਜੀ, ਹੋਰ ਵੀ ਮੀਡੀਆ ਚੈਨਲ ਜਿਹੜਾ ਪ੍ਰੋਟੈਸਟ ਕਰਦੇ ਸੀ ਪੇਰੈਂਟਸ ਕਿ ਸਾਡੇ ਜਿਹੜੇ ਬੱਚੇ ਘਰ ਨੁਕਸਾਨ ਹੋ ਰਿਹਾ ਪੜ੍ਹਾਈਆਂ ਦਾ, ਇਹਨਾਂ ਦੇ ਐਸੋਸੀਏਸ਼ਨਾਂ ਹੋਰ, ਤੇ ਉਹਨਾਂ ਦਾ ਵੀ ਦਬਾਅ ਸੀਗਾ ਜੀ ਸਾਰੇ ਪਾਸੇ। ਫਿਰ ਉਸ ਦੇ ਬਾਵਜੂਦ ਅਸੀਂ ਉਦੋਂ ਨਹੀਂ ਖੋਲਿਆ ਜਦੋਂ ਕੇਸ ਜ਼ਿਆਦਾ ਸੀਗੇ। ਫਿਰ ਜਦੋਂ ਕੇਸ ਡਾਊਨ ਹੋਏ ਨੇ, ਐਕਸਪਰਟ ਕਮੇਟੀ ਨੇ ਰਾਏ ਦਿੱਤੀ ਹੈ ਕਿ ਜੀ ਇਹ ਖੋਲੇ ਜਾਣੇ ਚਾਹੀਦੇ ਆ। ਇਸ ਤਰੀਕ ਤੋਂ ਆਪਾਂ ਜੇ ਸਿਚੁਏਸ਼ਨ ਇਸ ਤਰ੍ਹਾਂ ਰਹਿੰਦੀ ਹੈ ਤੇ ਆਪਾਂ ਖੋਲ ਸਕਦੇ ਹਾਂ ਕਿ ਜਿਹੜੇ ਨੋਰਮਸ ਸਾਰੇ ਸਕੂਲਸ ਵਾਲੇ ਉਹ ਪੂਰਾ ਕਰਨਗੇ ਕਿ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ। ਔਰ ਦੂਜਾ, ਔਰ ਇਹਦੇ ਨਾਲ ਗੌਰਵ ਜੀ ਇੱਕ ਨਾ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਪਾ ਦਿੰਦੇ ਨੇ, ਕਈ ਸਾਹਿਬ ਨੇ ਸਾਰੇ ਸਰਕਾਰ ਤੇ ਜ਼ਿੰਮੇਵਾਰੀ ਸੁੱਟਤੀ ਆ। ਤੁਸੀਂ ਦੇਖੋ ਅੱਜ ਇਹ ਲੋਕ ਆਮ ਤੁਹਾਡੇ ਮੀਡੀਆ ਰਿਪੋਰਟਰ ਵੀ ਜਾਂਦੇ ਨੇ, ਹਾਲਾਂਕਿ ਉਹਨਾਂ ਮਾਸਕ ਪਾਇਆ ਹੁੰਦਾ, ਤੇ ਆਮ ਜਨਤਾ ਜਿਹੜੇ ਪੇਰੈਂਟਸ ਆ, ਕੰਮਕਾਰ ਵਾਲੇ ਨੇ, ਦੁਕਾਨਾਂ ਤੇ ਜਾਂਦੇ ਨੇ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਕੋਈ ਮਾਸਕ ਨਹੀਂ, ਕੁਛ ਨਹੀਂ, ਉਹ ਫਿਰ ਰੂਟੀਨ ਨਾਰਮਲ ਤਰ੍ਹਾਂ ਸ਼ੁਰੂ ਹੋ ਗਿਆ। ਇੱਕ ਸਾਰਾ ਆਵਾਜਾਈ ਸ਼ੁਰੂ ਹੋ ਗਈ ਹੈ ਜੀ ਖੁੱਲਣ ਨਾਲ। ਦੂਜੀ ਗੱਲ ਲੀਡਰਾਂ ਨੇ ਵੀ ਨਹੀਂ ਪਾਏ ਹੁੰਦੇ ਇਸ਼ੂ ਜੀ, ਮਾਸਕ ਲੀਡਰਾਂ ਨੇ ਵੀ ਨਹੀਂ ਪਾਏ। ਮੈਂ ਉਹੀ ਗੱਲ ਕਹਿ ਰਿਹਾ ਨਾ ਗੌਰਵ ਜੀ, ਮੈਂ ਲੀਡਰਸ ਪਿੱਛੇ ਨਹੀਂ ਕਰ ਰਿਹਾ, ਮੈਂ ਉਹਨਾਂ ਦੀ ਵੀ ਗੱਲ ਕਰ ਰਿਹਾ ਕਿ ਇੱਕ ਉਹ ਦੁਬਾਰਾ ਉਹੀ ਰੂਟੀਨ ਜੋ ਨਵੰਬਰ ਦਸੰਬਰ 'ਚ ਸ਼ੁਰੂ ਹੋਇਆ ਸੀ, ਬਾਅਦ 'ਚੋਂ ਤੁਸੀਂ ਦੇਖੋ ਆਪਾਂ ਨੂੰ ਖਮਿਆਜਾ ਭੁਗਤਣਾ ਪਿਆ। ਉਹ ਸਾਰਾ ਉਹੀ ਲੋਕ, ਸਾਨੂੰ ਵੀ ਆਪਣੀ ਇੱਕ ਸਮਾਜਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਕਿ ਜੀ ਅਸੀਂ ਇਹਦੀ ਹਲੇ ਖਤਰਾ ਟਲਿਆ ਨਹੀਂ ਹੈਗਾ। ਤੁਹਾਡੀਆਂ ਗੱਲਾਂ ਮੈਂ ਪ੍ਰਿੰਸ ਖੁੱਲਰ ਜੀ ਤੁਹਾਡੇ ਕੋਲ ਵਾਪਸ ਆਉਣਾ। ਮੈਂ ਐਕਚੁਅਲੀ ਮਿਸਮੈਚ ਕਿਉਂ ਕਹਿ ਰਿਹਾ, ਇੱਕ ਪਾਸੇ ਤੁਸੀਂ ਮਾਸਕ ਦੇ ਉੱਤੇ ਫੋਕਸ ਕਰ ਰਹੇ ਹੋ ਤੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਨਵੰਬਰ ਦਸੰਬਰ ਜਿਵੇਂ ਆਪਾਂ ਪਿਛਲੇ ਸਾਲ ਕੱਢਿਆ 2020 ਦੇ ਵਿੱਚ ਕਿ ਆਪਾਂ ਲੱਗਿਆ ਕਿ ਬਸ ਹੋ ਗਿਆ ਕਰੋਨਾ ਦਾ ਕੰਮ, ਤੇ ਉਸ ਤੋਂ ਬਾਅਦ ਸੈਕੰਡ ਵੇਵ ਦਾ ਸਾਨੂੰ ਸਾਹਮਣਾ ਕਰਨਾ ਪਿਆ, ਤਾਂ ਕਿਤੇ ਅਸੀਂ ਉਸ ਤਰੀਕੇ ਨਾਲ ਲਾਪਰਵਾਹੀ ਤਾਂ ਨਹੀਂ ਕਰ ਰਹੇ ਜਾਂ ਜਲਦਬਾਜ਼ੀ ਤਾਂ ਨਹੀਂ ਕਰ ਰਹੇ। ਮੈਂ ਇਸ ਦੇ ਉੱਤੇ ਅੱਜ ਗੱਲਬਾਤ ਕਰ ਰਿਹਾ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਆਪਾਂ ਇਸ ਦੇ ਉੱਤੇ ਚਰਚਾ ਕਰਾਂਗੇ, ਪਰ ਪਹਿਲਾਂ ਮੈਂ ਰੁਕ ਕਰਦਾ। ਸਾਡੇ ਨਾਲ ਡਾਕਟਰ ਚੋਪੜਾ ਜੁੜੇ ਹੋਏ ਨੇ। ਸਰ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਿਰ ਤੋਂ। ਮੇਰਾ ਸਿੱਧਾ ਜਿਹਾ ਸਵਾਲ ਹੈ, ਬੱਚਿਆਂ ਨੂੰ ਸਕੂਲ ਭੇਜਣਾ ਰਿਸਕੀ ਹੈ ਜਾਂ ਨਹੀਂ? ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਈ ਸਾਹਿਬ ਨੇ ਕਿਹਾ ਹੈ ਕਿ ਰਜਿੰਦਰ ਜੀ ਨੇ ਕਿ ਜਿਹੜੇ 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਨੇ ਉਹਨਾਂ ਨੂੰ ਪਹਿਲੇ ਟਰਾਇਲ ਬੇਸਿਸ ਤੇ ਸਕੂਲ ਦੇ ਵਿੱਚ ਅਲਾਉ ਕਰਨਾ ਚਾਹੀਦਾ ਹੈ ਐਜ਼ ਪਰ ਜੋ ਵੀ ਕੋਵਿਡ ਗਾਈਡਲਾਈਨਸ ਦੇ ਅਕੋਰਡਿੰਗਲੀ। ਉਹਦੇ ਵਿੱਚ ਜੋ ਵੀ ਸਾਨੂੰ ਸੇਫਟੀ ਮੈਜਰਸ RT-PCR ਵਿਦ ਕੰਸੈਂਟ ਆਫ ਦੀ ਪੇਰੈਂਟਸ ਉਹ ਸਾਨੂੰ ਸ਼ੁਰੂ ਕਰਨਾ ਚਾਹੀਦਾ। ਪਰ
ਲੈਸ ਦੈਨ 9ਵੀਂ ਤੋਂ ਘੱਟ ਦੇ ਬੱਚਿਆਂ ਨੂੰ ਅਜੇ ਥੋੜਾ ਜਿਹਾ ਰਿਸਕੀ ਹੈ, ਥੋੜਾ ਜਿਹਾ ਸਾਨੂੰ ਹੋਰ ਵੇਟ ਕਰਨਾ ਚਾਹੀਦਾ। ਔਰ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਵੀ ਜ਼ਿਆਦਾ ਇਹ ਮੈਸੇਜ ਜਾਣਾ ਚਾਹੀਦਾ ਹੈ, ਜਾਂ ਉਹਨਾਂ ਨੂੰ ਵੀ ਕਿ ਉਹ ਬੱਚਿਆਂ ਨੂੰ ਜ਼ਿਆਦਾ ਖੇਲਣ ਜਾਂ ਪਲੇਗਰਾਊਂਡ ਦੇ ਵਿੱਚ ਵਿਦਆਊਟ ਮਾਸਕ, ਵਿਦਆਊਟ ਸੈਨੀਟਾਈਜੇਸ਼ਨ ਨਹੀਂ ਅਲਾਉ ਕਰਨਾ ਚਾਹੀਦਾ। ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਛੋਟੇ ਬੱਚੇ ਨੇ ਪ੍ਰਾਇਮਰੀ ਸਕੂਲ ਵਾਲੇ ਉਹ ਥੋੜਾ ਰਿਸਕੀ ਹੈ ਜੇ ਆਪਾਂ ਉਹਨਾਂ ਨੂੰ ਭੇਜਦੇ ਆ? ਸਰ ਮੈਂ ਤੁਹਾਡੇ ਕੋਲ ਵਾਪਸ ਆਉਣਾ, ਇਸ ਵਾਲੇ ਸਾਡੇ ਨਾਲ ਮੁਹੰਮਦ ਖਾਲਿਦ ਜੀ ਦੁਬਾਰਾ ਜੁੜ ਚੁੱਕੇ ਨੇ, ਕਿਉਂਕਿ ਉਹ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕਰ ਪਾਣਗੇ। ਐਕਚੁਅਲੀ ਪੁਆਇੰਟ ਇਹ ਹੈ ਕਿ ਜੇ ਤੁਸੀਂ ਹੁਣ 5ਵੀਂ ਕਲਾਸ ਦੇ ਬੱਚੇ ਨੂੰ ਜਿਹੜਾ 3rd 4th ਜਾਂ 5th ਸਟੈਂਡਰਡ ਦੇ ਵਿੱਚ ਪੜ੍ਹ ਰਿਹਾ ਹੈ, ਤੁਸੀਂ ਉਹਨੂੰ ਕਹੋ ਕਿ ਦੂਜੇ ਬੱਚੇ ਤੋਂ 6 ਫੁੱਟ ਦੂਰ ਰਹਿਣਾ ਹੈ, ਜੇ ਤਾਂ ਉਹਦੇ ਦਿਮਾਗ ਦੇ ਵਿੱਚ ਪੈ ਗਈ ਬੱਚੇ ਦੀ ਗੱਲ, ਫਿਰ ਉਹ 6 ਫੁੱਟ ਪੱਕਾ ਹੀ ਦੂਰ ਰਹੇਗਾ। ਪਰ ਜੇ ਉਹਨਾਂ ਨੂੰ ਨਹੀਂ ਸਮਝ ਆਈ ਗੱਲ, ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਬੱਚਿਆਂ ਨੂੰ ਤੁਸੀਂ ਦੂਰ ਰੱਖੋ, ਤਾਂ ਫਿਰ ਕਿਵੇਂ ਸੋਸ਼ਲ ਡਿਸਟੈਂਸਿੰਗ ਹੋਏਗੀ? ਉਹ ਤਾਂ ਇੱਕ ਬੜਾ ਡਿਫਿਕਲਟ ਟਾਸਕ ਨਜ਼ਰ ਆਉਂਦਾ ਹੈ। ਸਰ ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਪ੍ਰੋਫੈਸਰ ਸਾਹਿਬ ਖਾਲਿਦ ਜੀ, ਕਿਵੇਂ ਦੇਖ ਰਹੇ ਹੋ ਮੌਜੂਦਾ? ਪਲੀਜ਼ ਡਾਕਟਰ ਸਾਹਿਬ ਤੁਸੀਂ ਕੰਪਲੀਟ ਕਰ ਲਓ, ਕੁਝ ਕਹਿਣਾ ਚਾਹ ਰਹੇ ਹੋ ਡਾਕਟਰ ਚੋਪੜਾ? ਜੀ ਮੈਂ ਕਹਿਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਪ੍ਰਿੰਸ ਜੀ ਨੇ ਕਿਹਾ ਕਿ ਦੇਖੋ ਮਾਰਕੀਟ ਦੇ ਵਿੱਚ ਹੁਣ ਲੋਕ ਫਿਰ ਵਿਦਆਊਟ ਮਾਸਕ ਔਰ ਵਿਦਆਊਟ ਸੋਸ਼ਲ ਡਿਸਟੈਂਸਿੰਗ ਸਾਰੀ ਚੀਜ਼ਾਂ ਓਪਨਲੀ ਖਤਮ ਕਰ ਰਹੇ ਨੇ, ਔਰ ਉਹਦੇ ਕਰਕੇ ਕੋਵਿਡ ਦੇ ਕੇਸਿਸ ਹੁਣ ਫਿਰ ਰਾਈਜ਼ ਹੋ ਰਹੇ ਨੇ। तो दैट इज़ डेंजरस फॉर दी सोसाइटी एज वेल एज दी किड्स। तो असी छोटे बच्चों तो की एक्सपैक्ट कर सकते हैं, जब असी अडल्ट्स अपनी सोशल डिस्टेंसिंग मेनटेन नहीं कर सकते तो असी छोटे बच्चों तो की एक्सपैक्ट कर सकते हैं कि वैदर दे विल कीप दी सोशल डिस्टेंसिंग। बिल्कुल नहीं, वो पॉइंट सर एक भी है कि तुसी किसी छोटे शहर दे विच चले जाओ, कस्बे दे विच चले जाओ, ਉੱਥੇ ਲੋਕਾਂ ਨੂੰ ਲੱਗਦਾ ਕਿ ਨਹੀਂ ਹੁਣ ਤਾਂ ਮਾਸਕ ਪਾਉਣ ਦੀ ਜ਼ਰੂਰਤ ਹੀ ਨਹੀਂ। ਜਿਵੇਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਕਿ ਜਦੋਂ ਤੱਕ ਚਲਾਨ ਨਹੀਂ ਨਾ ਹੁੰਦੇ ਨਹੀਂ ਪਾਉਂਦੇ ਲੋਕ ਮਾਸਕ। ਤੁਸੀਂ ਚੰਡੀਗੜ੍ਹ ਚਾਹੋ, ਲੋਕਾਂ ਨੇ ਮਾਸਕ ਪਾਏ ਹੋਏ ਨੇ, ਇੱਕ ਗੱਡੀ 'ਚ 3 ਲੋਕ 4 ਲੋਕ ਜਾ ਰਹੇ ਨੇ, ਸਭ ਨੇ ਮਾਸਕ ਪਾਇਆ ਹੋਇਆ। ਇਹੀ ਤੁਸੀਂ ਮੋਹਾਲੀ ਤੋਂ ਹੁਣ ਅੱਗੇ ਵਧਣਾ ਸ਼ੁਰੂ ਕਰ ਦਿਓ, ਪੰਜਾਬ 'ਚ ਜਾਣਾ ਸ਼ੁਰੂ ਕਰ ਦਿਓ, ਲੋਕਾਂ ਦੇ ਗੱਡੀ ਦੇ ਵਿੱਚ ਮਾਸਕ ਨਹੀਂ ਹੁੰਦਾ। ਉਹ ਇਸੇ ਕਰਕੇ ਨਹੀਂ ਹੁੰਦਾ ਕਿਉਂਕਿ ਪੁਲਿਸ ਸਖਤੀ ਨਹੀਂ ਕਰ ਰਹੀ। ਬੇਸਿਕਲੀ ਗੱਲ ਇਹੀ ਹੈ ਕਿ ਅਸੀਂ ਹੈਲਮਟ ਪਾਉਂਦੇ ਆ, ਚਲਾਨ ਨਾ ਹੋ ਜੇ, ਅਸੀਂ ਆਪਣੀ ਗੱਡੀ ਦਾ ਇੰਸ਼ੋਰੈਂਸ ਕਰਵਾਇਆ ਕਿ ਚਲਾਨ ਨਾ ਹੋ ਜੇ, ਅਸੀਂ ਮੂੰਹ ਦੇ ਉੱਤੇ ਮਾਸਕ ਤਾਂ ਪਾਉਂਦੇ ਆ ਕਿ ਚਲਾਨ ਨਾ ਹੋ ਜੇ। ਇਹ ਇੱਕ ਬੇਸਿਕ ਪ੍ਰੋਬਲਮ ਹੈਗੀ ਹੈ। ਪਰ ਆਪਾਂ ਸਕੂਲ ਦੇ ਉੱਤੇ ਫੋਕਸ ਕਰਨਾ। ਮੈਂ ਵਾਪਸ ਆਊਂਗਾ ਤੁਹਾਡੇ ਕੋਲ। ਪ੍ਰੋਫੈਸਰ ਖਾਲਿਦ ਸਰ, ਤੁਸੀਂ ਕਿਵੇਂ ਦੇਖ ਰਹੇ ਹੋ ਮੌਜੂਦਾ ਸਿਚੁਏਸ਼ਨ ਨੂੰ ਕਿ ਐਸੀ ਸਿਚੁਏਸ਼ਨ ਬਣ ਰਹੀ ਹੈ ਕਿ ਅਸੀਂ ਸਕੂਲਾਂ ਨੂੰ ਖੋਲਣ ਦੇ ਫੈਸਲੇ ਨੂੰ ਰਿਵਿਊ ਕਰੀਏ, ਖਾਸ ਤੌਰ ਤੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਨੂੰ? देखो इतना है कि रिस्क भी बहुत ज्यादा इन्वॉल्वड है जी, और दूसरे पासे साडे कोल चारा भी कोई नहीं है स्कूलों ਨੂੰ ਖੋਲਣ ਤੇ ਬਿਨਾ। लेकिन स्कूलों ਨੂੰ फेज्ड मैनर ਦੇ ਵਿੱਚ ਖੋਲਣਾ ਪਏਗਾ। खास तौर पर ਜਿਹੜੀਆਂ ਬੋਰਡ ਦੀਆਂ ਕਲਾਸਿਸ ਹੈ ਜਿਹਦੇ ਉੱਪਰ ਸਭ ਤੋਂ ਜ਼ਿਆਦਾ ਸਕੂਲ ਦੇ ਅਥਾਰਟੀਜ਼ ਦਾ ਵੀ ਫੋਕਸ ਹੁੰਦਾ ਹੈ, ਉਹਨਾਂ ਨੇ ਅੱਗੇ ਜਾ ਕੇ ਕੰਪੀਟੀਸ਼ਨ ਲੜਨੇ ਹੁੰਦੇ ਆ, ਅੱਗੇ ਜਾ ਕੇ ਹੋਰ ਜਗ੍ਹਾ ਐਡਮਿਸ਼ਨਸ ਲੈਣੇ ਹੁੰਦੀਆਂ, ਜਿਹਨੂੰ ਆਪਾਂ ਟਰਮੀਨਲ ਕਲਾਸਿਸ ਕਹਿੰਦੇ ਆ, ਉਹਨਾਂ ਨੂੰ ਤਾਂ ਸਕੂਲ ਦੇ ਵਿੱਚ ਬੁਲਾਉਣਾ बहुत ही ज्यादा जरूरी हो गया है। क्योंकि बच्चा दिन ब दिन एजुकेशनली निगार वाल जा रहा है। जिहड़ी आपां ऑनलाइन एजुकेशन दे रहे हैं वो एक इस वेले सिचुएशन के मुताबिक है, लेकिन वो कोई क्लासरूम वर्क नहीं है। वो जिहड़ी क्लासरूम एजुकेशन है वो ओहदी अपना एक स्थान है, ऑनलाइन ओहदा मुकाबला नहीं कर सकती। लेकिन ਇਹ ਵੀ ਜ਼ਰੂਰੀ ਹੈ ਕਿ ਇੱਕ ਸਮੈਸਟਰ ਐਸਾ ਹੈ ਜਿਹਦੇ ਵਿੱਚ ਤੁਹਾਨੂੰ ਹਾਈਬ੍ਰਿਡ ਕਰਨਾ ਪਏਗਾ, ਯਾਨੀ ਕਿ ਤੁਹਾਨੂੰ ਆਨਲਾਈਨ ਕਲਾਸਿਸ ਵੀ ਕਰਨੀਆਂ ਪੈਣਗੀਆਂ, ਆਫਲਾਈਨ ਕਲਾਸਿਸ ਵੀ ਕਰਨੀਆਂ ਪੈਣਗੀਆਂ। ਜਿੱਥੇ ਤੱਕ ਸਵਾਲ ਹੈ 10ਵੀਂ ਤੇ 12ਵੀਂ ਦਾ ਸਕੂਲਾਂ ਦੇ ਵਿੱਚ, ਉਹਨਾਂ ਨੂੰ ਤਾਂ ਡੈਫੀਨਿਟਲੀ ਬਣਾਉਣਾ ਚਾਹੀਦਾ ਹੈ, ਚਾਹੇ ਤੁਸੀਂ ਰੋਲ ਨੰਬਰ ਵਾਈਜ਼ ਆਲਟਰਨੇਟਿਵ ਡੇਜ਼ ਤੇ ਬੁਲਾਓ ਗਿਣਤੀ ਘਟਾਉਣ ਵਾਸਤੇ, ਚਾਹੇ ਤੁਸੀਂ ਸਾਰੀਆਂ ਇੱਕ ਕਲਾਸ ਨੂੰ ਇੱਕ ਦਿਨ, ਇੱਕ ਕਲਾਸ ਨੂੰ ਇੱਕ ਦਿਨ ਬੁਲਾਓ। लेकिन यह है भी उन्होंने स्कूल दे विच बुला के ही एजुकेशन देनी चाहिए है। रिस्क है ये कोई शक नहीं है, प्रॉब्लम्स हैं ये कोई शक नहीं है, माँ बाप भी बड़े दुविधा दे विच हैं, स्कूल प्रिंसीपल्स जिहड़े हैगे बड़े स्ट्रेस दे विच हैं, टीचर्स बड़े स्ट्रेस दे विच हैं कि किस तरीके दे नाल कोविड नॉर्म्स नूं रखदे होए, और इन्नी ज़्यादा जिहड़े बच्चों की तादाद दे विच कोविड नॉर्म्स रखना इम्पॉसिबल है। आपां ਗੱਲ ਹੋਈ ਹੈ, ਮੈਂ ਅੱਜ ਘੱਟੋ ਘੱਟ 5 ਸ਼ਹਿਰਾਂ ਦੇ ਵਿੱਚ ਨੂੰ ਲੰਘ ਕੇ ਆਇਆ, ਪੰਜਾਬ ਦੇ ਵਿੱਚ ਸਵੇਰੇ ਗਿਆ ਸੀਗਾ, 95% ਬਲਕਿ 99% ਲੋਕਾਂ ਦੇ ਕੋਈ ਕੋਵਿਡ ਡਿਸਟੈਂਸ, ਕੋਈ ਡਿਸਟੈਂਸਿੰਗ ਨਹੀਂ, ਕੋਈ ਮਾਸਕ ਨਹੀਂ, ਕੁਝ ਨਹੀਂ। ਤਾਂ ਸਕੂਲੀ ਬੱਚਿਆਂ ਨੂੰ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਹਾਂ?
ਤੁਸੀਂ ਕਿੰਨਾ ਕੁ ਉਹ ਕਰ ਲਓਗੇ। ਤੁਸੀਂ ਚਲਾਨਾਂ ਦੀ ਗੱਲ ਕੀਤੀ ਹੈ, ਚਲਾਨ ਕਿਹਦਾ ਤੁਸੀਂ ਕਰੋਗੇ? ਇੰਨੀ ਕਿੱਥੇ ਸਾਡੇ ਕੋਲ ਪੁਲਿਸ ਅਵੇਲੇਬਲ ਹੈ, ਇੰਨਾ ਕਿੱਥੇ ਇੰਸਪੈਕਟੋਰੇਟ ਅਵੇਲੇਬਲ ਹੈ ਜਿਹੜਾ ਹਰ ਬੰਦੇ ਨੂੰ ਮਗਰ ਤੁਰਿਆ ਫਿਰੇਗਾ? ਨਹੀਂ ਸਰ, ਉਹ ਤਾਂ ਇਹ ਨੇ ਕਿ ਸ਼ਹਿਰ ਦੇ ਵਿੱਚ ਇੱਕ ਥਾਂ ਤੇ ਚਲਾਨ ਕੱਟਣੇ ਸ਼ੁਰੂ ਹੋ ਗਏ, ਬਾਕੀ ਸਾਰੇ ਸ਼ਹਿਰ ਨੇ ਆਪਣੇ ਮਾਸਕ ਪਾ ਲੈਣੇ। ਇਹ ਤਾਂ ਬੜਾ ਵਾਇਰਲ ਹੋ ਜਾਂਦਾ ਕਸਬਿਆਂ ਦੇ ਵਿੱਚ ਕਿ ਅੱਜ ਦੇਖੋ ਚਲਾਨ ਕੱਟੇ ਜਾ ਰਹੇ। ਸ਼ਹਿਰ ਦੇ ਵਿੱਚ ਪਾ ਲਓਗੇ, ਪਿੰਡਾਂ ਦੇ ਵਿੱਚ ਨਹੀਂ ਪਾਉਣੇ, ਪਿੰਡਾਂ ਦੇ ਵਿੱਚ ਨਹੀਂ ਹਨ ਲੋਕ। ਇਹ ਇੱਕ ਪ੍ਰੈਕਟੀਕਲ ਪ੍ਰੋਬਲਮਸ ਹੈ। ਮੈਂ ਆਪਾਂ ਇਸ ਵੇਲੇ ਸਕੂਲ ਦੀ ਡਿਸਕਸ਼ਨ ਕਰ ਰਹੇ ਹਾਂ। ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਹੈ। ਐਟ ਦ ਸੇਮ ਟਾਈਮ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਵੀ ਹੈਵ ਟੂ ਫਾਈਂਡ ਆਊਟ ਦਾ ਵੇਜ਼ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਫਲਾਈਨ ਕਲਾਸਿਸ ਖਾਸ ਤੌਰ ਪਰ 10ਵੀਂ ਤੇ 12ਵੀਂ ਜੀ ਇਹਨਾਂ ਦੀ ਕਰੀਏ, ਔਰ ਇਹ ਕਰ ਵੀ ਰਹੇ हैं। हाँ, कुछ केसेस आए हैं, ਉਹਨਾਂ केसेस ਇਹ ਕੋਸ਼ਿਸ਼ ਆਉਂਦੇ ਰਹਿਣਗੇ ਵੀ ਨਾਲ। ਇਹ ਇੱਕ ਜਗ੍ਹਾ ਨਹੀਂ ਹੈ, ਹਾਂ ਸਾਰੇ ਸਟੇਟਾਂ ਜਿੱਥੇ ਵੀ ਖੋਲਿਆ ਕੇਸਿਸ ਆਉਂਦੇ ਰਹਿਣਗੇ। ਉਹਦਾ ਵੀ ਧਿਆਨ ਰੱਖਣਾ ਹੈ। ਇਹ ਇੱਕ ਕਾਮਨ ਰਿਸਪੌਂਸਿਬਿਲਿਟੀ ਹੈ। ਆਪਾਂ ਸਕੂਲ ਅਥਾਰਟੀਜ਼ ਤੇ ਨਹੀਂ ਪਾ ਸਕਦੇ, ਸਕੂਲ ਅਥਾਰਟੀਜ਼ ਪੇਰੈਂਟਸ ਤੇ ਨਹੀਂ ਪਾ ਸਕਦੇ हैं। ਇਸ ਚੀਜ਼ ਨੂੰ ਸਾਨੂੰ ਇਕੱਠੇ ਹੋ ਕੇ ਨਜਿੱਠਣਾ ਪਏਗਾ। ਇਹਦੇ ਵਿੱਚ ਸਰਕਾਰ, ਸਕੂਲ ਅਥਾਰਟੀਜ਼, ਪੇਰੈਂਟਸ, ਬੱਚੇ ਸਾਰੇ ਇਨਵੋਲਵਡ ਹੈ। ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਹਦਾ ਮੁਕਾਬਲਾ ਕਰਨਾ ਪਏਗਾ। ਚਲ ਠੀਕ ਹੈ ਸਰ। ਪ੍ਰਿੰਸ ਖੁੱਲਰ ਜੀ, ਦੇਖੋ ਸਖਤੀ ਵਾਲੀ ਵਾਰ-ਵਾਰ ਗੱਲ ਆ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਰਜਿੰਦਰ ਘਈ ਜੀ ਕਿਤੇ ਨਾ ਕਿਤੇ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਗੱਲ ਪਾ ਰਹੇ ਨੇ, ਪਰ ਜਿਹੜੇ ਐਕਸਪਰਟਸ ਨੇ, ਆਪਾਂ 4 ਇੱਥੇ ਜਿਹੜੇ ਮਹਿਮਾਨ ਅਸੀਂ ਅੱਜ ਸੱਦੇ ਨੇ, ਉਹਨਾਂ ਦੇ ਵਿੱਚੋਂ 3 ਦੀ ਰਾਏ ਇਹੀ ਹੈ ਕਿ ਜਿਹੜੀਆਂ ਛੋਟੀਆਂ ਕਲਾਸਾਂ ਨੇ ਉਹਨਾਂ ਦੇ ਬਾਰੇ ਤਾਂ ਜ਼ਰੂਰ ਸੋਚੇ। ਕਿ ਬਾਕੀ ਸਰਕਾਰ ਨੂੰ ਨਹੀਂ ਲੱਗਦਾ, ਤੁਹਾਨੂੰ ਨਹੀਂ ਲੱਗਦਾ ਕਿ ਹਾਂ ਇਸ ਦੇ ਬਾਰੇ ਰਿਵਿਊ ਹੋਣਾ ਚਾਹੀਦਾ ਕਿ ਪ੍ਰਾਇਮਰੀ ਤੱਕ ਜਿਹੜੇ ਬੱਚੇ ਨੇ ਉਹਨਾਂ ਬਾਰੇ ਰਿਵਿਊ ਕਰੀਏ? ਗੌਰਵ ਜੀ, ਇਸ ਤਰ੍ਹਾਂ ਵਾ ਕਿ ਥੋੜਾ ਜਿਹਾ ਪਹਿਲਾਂ ਮੈਂ ਦੱਸ ਦਿਆਂ ਕਿ ਜਿਹੜੀ ਇਹ ਪ੍ਰੋਬਲਮ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਇੱਕ ਸਾਰਿਆਂ ਦਾ ਕਾਮਨ ਹੈਗਾ ਵਾ, ਇਹਦੇ 'ਚ ਸਾਰਿਆਂ ਨੂੰ ਆਪਾਂ ਨੂੰ ਇੱਕ ਦੂਜੇ ਦਾ ਯੋਗਦਾਨ ਦੇਣਾ ਪਊਗਾ। ਇਹਦੇ 'ਚ ਵੈਕਸੀਨੇਸ਼ਨ ਦੀ ਵੀ ਜਿਹੜੀ ਕਮੀ ਹੈ ਜੀ ਉਹ ਵੀ ਬੜੀ ਆ ਰਹੀ ਹੈ ਜੀ। ਉਹ ਵੀ ਸੀਐਮ ਸਾਹਿਬ ਦੇਖੋ ਅੱਜ ਮਿਲੇ ਨੇ ਹੈਲਥ ਮਿਨਿਸਟਰ ਨੂੰ, ਯੂਨੀਅਨ ਹੈਲਥ ਮਿਨਿਸਟਰ ਨੂੰ। ਉਹਨਾਂ 25% ਕੋਟਾ, ਹਾਲਾਂਕਿ 26 ਲੱਖ ਆਪਾਂ ਨੂੰ ਉਹ ਡੋਜ਼ ਚਾਹੀਦੀ ਹੈ ਜਿਹੜੀ ਸੈਕਿੰਡ ਡੋਜ਼ ਦੀ ਵੇਟ ਕਰ ਰਹੇ ਆ। ਸੋ ਸੀਐਮ ਸਾਹਿਬ ਨੇ ਕੀਤਾ, ਅੱਜ ਉਹਨਾਂ ਨੇ ਯੂਨੀਅਨ ਹੈਲਥ ਮਿਨਿਸਟਰ ਨੇ ਵੀ ਕਿਹਾ ਕਿ 25% ਕੋਟਾ ਅਸੀਂ ਵਧਾ ਦਿੰਨੇ ਆ, ਤਾਂ ਕਿ ਇਹਦਾ ਤੇ ਇੱਕੋ ਹੀ ਹੱਲ ਆ। ਗੌਰਵ ਜੀ, ਤੁਸੀਂ ਦੇਖੋ ਕਿ ਸੋਸ਼ਲ ਡਿਸਟੈਂਸਿੰਗ ਔਰ ਵੈਕਸੀਨੇਟ ਜਿੰਨੀ ਦੇਰ ਤੱਕ ਸਾਰੇ ਹੋ ਨਹੀਂ ਜਾਂਦੇ ਉਨੀ ਦੇਰ ਤੱਕ ਇਹਦਾ ਵੇਵਸ ਔਨ 3rd ਜਾਂ 4th ਵੀ ਆ ਸਕਦੀ, ਜੋ ਵੀ ਚੱਲ ਰਿਹਾ। ਸੋ ਗੱਲ ਜਿਹੜੀ ਰਿਵਿਊ ਵਾਲੀ ਤੁਸੀਂ ਕੀਤੀ ਹੈ ਜੀ, ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸਾਡੇ ਲਈ ਜਿਹੜੇ ਬੱਚੇ ਆ ਉਹ ਸਭ ਤੋਂ ਉੱਪਰ ਨੇ। ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਹਰ ਇੱਕ ਨਾਗਰਿਕ ਦੀ, ਸਾਰਿਆਂ ਦੀ ਸਰਕਾਰ ਦਾ ਫਰਜ਼ ਹੈ। ਬਟ ਅਸੀਂ ਇਹਦੇ ਤੇ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਬਾਅਦ ਸੀਐਮ ਸਾਹਿਬ ਆ ਰਹੇ ਨੇ, ਜਿਹੜੀ ਇਹਦੇ 'ਚ ਕੋਵਿਡ ਰਿਵਿਊ ਮੀਟਿੰਗ 'ਚ ਇਹ ਜ਼ਰੂਰ ਰਿਵਿਊ ਕੀਤਾ ਜਾਏਗਾ ਕਿ ਜੇ ਹਾਲਾਤ ਨਹੀਂ ਠੀਕ ਹੁੰਦੇ ਤੇ ਆਪਾਂ ਇਹਨੂੰ ਜਿਹੜਾ ਹੈਗਾ ਪ੍ਰਾਇਮਰੀ ਤੱਕ ਇਹਨੂੰ ਬੰਦ ਕਰ ਦਿਆਂਗੇ ਸਕੂਲਸ ਨੂੰ। ਬਾਕੀ ਆਨਲਾਈਨ ਜਿਹੜੀਆਂ ਚਲੋ ਠੀਕ ਹੈ ਸਰ, ਮੈਨੂੰ ਇੱਕ ਛੋਟਾ ਬ੍ਰੇਕ ਇੱਥੇ ਲੈਣਾ ਪੈ ਰਿਹਾ, ਮੈਂ ਵਾਪਸ ਆਉਂਗਾ, ਆਪਾਂ ਚਰਚਾ ਨੂੰ ਅੱਗੇ ਵਧਾਵਾਂਗੇ। ਪਰ ਦੇਖੋ ਪ੍ਰਿੰਸ ਖੁੱਲਰ ਜੀ, ਲੋਕ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਕੋਲ ਪਲਾਨ ਕੀ ਹੈ, ਸਰਕਾਰ ਦੇ ਕੋਲ ਪਲਾਨ ਕੀ ਹੈ। ਤੁਸੀਂ ਉਹ ਕਿ ਜੇ ਤੁਸੀਂ 1.5 ਸਾਲ ਬਾਅਦ ਵੀ ਕਹਿ ਰਹੇ ਹੋ ਕਿ ਅਸੀਂ ਰਿਵਿਊ ਕਰ ਰਹੇ ਹਾਂ ਛੋਟੀ ਜਮਾਤਾਂ ਨੂੰ ਲੈ ਕੇ, ਜਾਂ ਅਸੀਂ ਰਿਵਿਊ ਕਰ ਰਹੇ ਹਾਂ ਕਿ ਅੱਗੇ ਸਕੂਲਾਂ ਨੂੰ ਲੈ ਕੇ ਕੀ ਫੈਸਲਾ ਕਰੀਏ, ਤਾਂ ਲੋਕ ਇਹੀ ਜਾਣਨਾ ਚਾਹੁੰਦੇ ਨੇ ਕਿ ਇਹ ਸਿਚੁਏਸ਼ਨ ਹੋ ਸਕਦਾ ਅਗਲਾ 1 ਸਾਲ ਇਸ ਤਰ੍ਹਾਂ ਹੀ ਰਹੇ। ਰੱਬ ਨਾ ਕਰੇ ਐਵੇਂ ਹੋਵੇ, ਪਰ ਹੋ ਸਕਦਾ ਕਿ ਹੋਵੇ 3rd ਵੇਵ, 4th ਵੇਵ, 5th ਵੇਵ, ਕੁਝ ਵੀ ਹੋ ਸਕਦਾ ਹੈ। ਤਾਂ ਇਸ ਸਮੇਂ ਸਿਚੁਏਸ਼ਨ ਤਾਂ ਬੜੀ ਅਨਪ੍ਰੈਡਿਕਟੇਬਲ ਹੈ, ਤਾਂ ਉਸ ਨੂੰ ਲੈ ਕੇ ਸਰਕਾਰ ਦੇ ਕੋਲ ਪਲਾਨ ਕੀ ਹੈ, ਲੋਕ ਉਹੀ ਜਾਣਨਾ ਚਾਹੁੰਦੇ ਨੇ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਵਾਪਸ ਆਵਾਂਗਾ। ਇਸ ਚਰਚਾ ਨੂੰ ਆਪਾਂ ਜਾਰੀ ਰੱਖਾਂਗੇ।